18 ਸੂਤਰੀ ਏਜੰਡਾ ਬਣਨ ਤੋਂ ਬਾਅਦ ਹੁਣ ਤੱਕ ਲਾਗੂ ਕਿਉਂ ਨਹੀਂ ਹੋ ਰਿਹਾ? ਅਜਿਹੇ 'ਚ ਪੰਜਾਬ ਕਿੱਥੇ ਖੜਾ ਹੈ ਤੇ ਇਹਨਾਂ ਸਮੱਸਿਆਵਾਂ ਤੇ ਅੱਜ ਸਿੱਧੂ ਸਾਹਿਬ ਕੀ ਸੋਚਦੇ ਨੇ ਤੇ ਸਿੱਧੂ ਸਾਹਿਬ ਦੀ ਅਸਲ ਲੜਾਈ ਕੀ ਹੈ? ਤੁਸੀਂ 17 ਸਾਲ ਦੀ ਮੇਰੀ ਜ਼ਿੰਦਗੀ ਦੇਖ ਲਓ, ਮੈਂ ਇਹ ਲੜਦਾ। ਲੋਕ ਭਟਕਾਉਣ ਦੀ ਕੋਸ਼ਿਸ਼ ਕਰਦੇ, ਲੋਕ ਭਰਮ ਪਾਉਣ ਦੀ ਕੋਸ਼ਿਸ਼ ਕਰਦੇ, ਲੇਕਿਨ ਮੈਂ ਨਾ ਭ੍ਰਮਿਤ ਹੋਣ ਦੇਵਾਂ, ਨਾ ਭਟਕਾਂ, ਮੈਂ ਮੁੱਦਿਆਂ ਤੇ ਘੜੀਸ ਕੇ ਵਾਪਸ ਆਇਆ। ਕਿਉਂਕਿ ਪੰਜਾਬ ਦੀ ਹਰ ਸਮੱਸਿਆ ਦਾ ਸਮਾਧਾਨ ਫਾਈਨੈਂਸ਼ੀਅਲ ਇਨਕਮ ਹੈ। ਪੰਜਾਬ ਜਿਹੜੀ ਕਿ ਪੰਜਾਬ ਦੇ ਕੋਲ ਘਟਦੀ ਜਾ ਰਹੀ ਹੈ, ਇੱਕ ਕਰਜ਼ੇ ਦਾ ਪਹਾੜ ਚੜ੍ਹਦਾ ਜਾ ਰਿਹਾ ਹੈ। ਅੰਬੇਡਕਰ ਸਕੀਮ ਲਾਂਚ ਕੀਤੀ ਪਿਛਲੀ ਵਾਰ ਸਰਕਾਰ ਨੇ 1 ਸਾਲ ਪਹਿਲਾਂ, ਲੇਕਿਨ ਪੰਜਾਬ ਸਰਕਾਰ ਦੇ ਨਹੀਂ ਸਕੀ। ਕਿਉਂ ਨਹੀਂ ਦੇ ਸਕੀ? ਜਿਹੜੇ ਕੰਟਰੈਕਟ ਬੇਸਿਸ ਦੇ ਉੱਤੇ EMPLOYEE ਹੋ, ਕਿਉਂ ਕੰਟਰੈਕਟ ਬੇਸਿਸ ਤੇ ਜਦ ਜਾਓ ਖੜਦੇ ਪੱਕੇ ਕਿਉਂ ਨਹੀਂ ਹੁੰਦੇ? ਕਈ ਅਹਿਮ ਸਵਾਲ ਨੇ ਜਿਹੜੇ ਪੰਜਾਬੀਆਂ ਦੇ ਜ਼ਿਹਨ 'ਚ ਵੀ ਨੇ, ਸਾਡੇ ਜ਼ਿਹਨ 'ਚ ਵੀ ਨੇ। ਸਰਦਾਰ ਨਵਜੋਤ ਸਿੰਘ ਸਿੱਧੂ ਹੁਣਾਂ ਤੋਂ ਪੁੱਛਾਂਗੇ ਕਿ 18 ਸੂਤਰੀ ਏਜੰਡਾ ਬਣਨ ਤੋਂ ਬਾਅਦ ਹੁਣ ਤੱਕ ਲਾਗੂ ਕਿਉਂ ਨਹੀਂ ਹੋ ਰਿਹਾ? ਅਜਿਹੇ 'ਚ ਪੰਜਾਬ ਕਿੱਥੇ ਖੜਾ ਹੈ ਤੇ ਇਹਨਾਂ ਸਮੱਸਿਆਵਾਂ ਤੇ ਅੱਜ ਸਿੱਧੂ ਸਾਹਿਬ ਕੀ ਸੋਚਦੇ ਨੇ ਤੇ ਸਿੱਧੂ ਸਾਹਿਬ ਦੀ ਅਸਲ ਲੜਾਈ ਕੀ ਹੈ? ਸਿੱਧੂ ਸਾਹਿਬ ਟੱਲਾ ਸਾਹਿਬ, ਬੜਾ ਅਹਿਮ ਸਵਾਲ ਹੈ। ਦੇਖੋ, ਪੰਜਾਬ ਦੇ ਜਿਹੜੇ ਰੂਹਾਨੀ ਮਸਲੇ ਹਨ ਉਹ ਲਾਅ ਐਂਡ ਆਰਡਰ ਤੇ, ਗੁਰੂ ਸਾਹਿਬ ਦਾ ਇਨਸਾਫ, ਜਿਹੜਾ ਵਲੂੰਦਰੇ ਹਿਰਦਿਆਂ ਚੋਂ ਬਾਰੰਬਾਰ ਇਨਸਾਫ ਦੀ ਗੁਹਾਰ ਕਰਦਾ ਹੈ। ਮਾਵਾਂ ਦੇ ਖੋਏ ਹੋਏ ਪੁੱਤ, ਬਜ਼ੁਰਗਾਂ ਦੀ ਤਾਂਘ ਕਿ ਜਿਹੜਾ ਬਹੁਤ ਕਰੋੜੀ ਡਰੱਗ ਮਾਮਲਾ ਸੀ ਉਹਦਾ ਇਨਸਾਫ ਹੋਣਾ ਚਾਹੀਦਾ ਹੈ, ਕਿਉਂਕਿ ਉਹ ਸਾਡੀ ਅਗਲੀ ਨਸਲ ਨਾਲ ਜੁੜਿਆ ਹੋਇਆ, ਅਗਲੀ ਪੀੜ੍ਹੀ ਨਾਲ ਜੁੜਿਆ ਹੋਇਆ। ਇਹ ਸਭ ਲਾਅ ਐਂਡ ਆਰਡਰ ਦੇ ਮਸਲੇ ਨੇ। ਲੇਕਿਨ ਇਹਨਾਂ ਤੋਂ ਇਲਾਵਾ ਜਿਹੜਾ ਛੱਡ ਕੇ, ਔਰ ਇਹ ਸਭ ਤੋਂ ਅਹਿਮ ਹੈ, ਇਹ ਪ੍ਰਾਇਰਟੀ ਲਿਸਟ 'ਚ ਨੇ ਜੀ, ਜਿਹੜਾ ਹਾਈ ਕਮਾਂਡ ਦਾ ਵੀ ਪ੍ਰਾਇਰਟੀ ਲਿਸਟ ਹੈ। ਲੇਕਿਨ ਇਹਨਾਂ ਤੋਂ ਇਲਾਵਾ ਅਗਰ ਤੁਸੀਂ ਅਸਲੀ ਸੰਘਰਸ਼ ਪੁੱਛੋ, ਅਸਲੀ ਮੁੱਦੇ ਪੁੱਛੋ, ਚਾਹੇ ਉਹ ਰਾਜਨੀਤਿਕ ਹੋ, ਚਾਹੇ ਉਹ ਆਰਥਿਕ ਸੰਘਰਸ਼ ਹੋਵੇ ਤੇ ਚਾਹੇ ਉਹ ਸਮਾਜਿਕ ਸੰਘਰਸ਼ ਹੋਵੇ, ਜਿਹੜੀ ਅਸਲੀ ਲੜਾਈ ਹੈ, ਜਿਹੜੀ ਅਸਲੀ ਸੰਘਰਸ਼ ਜਿਹੜਾ ਹੈਗਾ ਉਹ ਇਹ ਹੈ ਕਿ ਪੰਜਾਬ ਦੇ ਖਜ਼ਾਨੇ ਦੀ ਲੁੱਟ ਨੂੰ ਰੋਕ ਕੇ ਨਿੱਜੀ ਜੇਬਾਂ 'ਚੋਂ ਪੈਸਾ, ਚੰਦ ਨਿੱਜੀ ਜੇਬਾਂ 'ਚੋਂ, ਮਾਫੀਏ ਦੀ ਜੇਬ 'ਚੋਂ ਪੈਸਾ ਕੱਢ ਕੇ ਪੰਜਾਬ ਦੇ ਖਜ਼ਾਨੇ 'ਚ ਪਾਉਣਾ, ਇਹ ਸਭ ਤੋਂ ਵੱਡਾ ਸੰਘਰਸ਼ ਹੈ। ਔਰ ਮੈਂ, ਤੁਸੀਂ 17 ਸਾਲ ਦੀ ਮੇਰੀ ਜ਼ਿੰਦਗੀ ਦੇਖ ਲਓ, ਮੈਂ ਇਹ 'ਤੇ ਲੜਦਾ। ਲੋਕ ਭਟਕਾਉਣ ਦੀ ਕੋਸ਼ਿਸ਼ ਕਰਦੇ ਆ, ਲੋਕ ਭਰਮ ਪਾਉਣ ਦੀ ਕੋਸ਼ਿਸ਼ ਕਰਦੇ ਆ, ਲੇਕਿਨ ਮੈਂ ਨਾ ਭ੍ਰਮਿਤ ਹੋਣ ਦੇਵਾਂ, ਨਾ ਭਟਕਾਂ, ਮੈਂ ਮੁੱਦਿਆਂ ਤੇ ਘੜੀਸ ਕੇ ਵਾਪਸ ਆਇਆ। ਤੁਹਾਡੇ ਪੰਜਾਬ ਮਾਡਲ 'ਚ ਵੀ ਝਲਕ ਦਿਖਦੀ ਹੈ ਬਿਲਕੁਲ, ਪਰ ਅਸਲ ਹੱਲ ਹੈ ਕੀ? ਹੱਲ ਕੀ ਹੈ ਫਿਰ? ਦੇਖੋ, ਪੰਜਾਬ ਮਾਡਲ ਇਹ ਨਹੀਂ ਕਹਿੰਦਾ ਵੀ ਖਜ਼ਾਨਾ ਖਾਲੀ, ਪੰਜਾਬ ਮਾਡਲ ਇਹ ਕਹਿੰਦਾ ਵੀ ਖਜ਼ਾਨਾ ਭਰਨਾ ਕਿਵੇਂ। ਮੁੱਦਾ ਇਹ ਹੈ, ਕਿਉਂਕਿ ਤੁਸੀਂ ਅਗਰ ਐਨਾਲਾਈਜ਼ ਕਰੋਗੇ ਪਿਛਲੇ ਕਿੰਨੇ ਅਰਸੇ ਤੋਂ, ਤੁਸੀਂ ਦੇਖੋ ਟੈਕਨੀਕਲ ਗੱਲਾਂ ਨੇ, ਟੈਕਨੋਕਰੈਟ ਕਰੂਗਾ, ਠੀਕ ਹੈ, ਹੋਰ ਇਹੋ ਜਿਹੇ ਮਸਲੇ ਨੇ, ਬਿਊਰੋਕਰੈਟਿਕ ਮਸਲੇ ਨੇ, ਕਿੰਨੇ ਹੀ ਮਸਲੇ ਨੇ, ਉਹ ਟੈਕਨੀਕਲੀ ਪਾਲਿਸੀ ਡਿਸੀਜਨ ਸਾਰਾ ਕੁਝ ਹੋ ਜਾਂਦਾ ਜੀ, ਲੇਕਿਨ ਉਹ ਨੇਪਰੇ ਕਿਉਂ ਨਹੀਂ ਚੜ੍ਹਦੇ, ਉਹ ਐਗਜ਼ੀਕਿਊਟ ਕਿਉਂ ਨਹੀਂ ਹੁੰਦੇ? ਰਾਈਟ, ਉਹ ਅਲੱਗ ਚੀਜ਼ਾਂ ਨੇ। ਉਹ ਐਗਜ਼ੀਕਿਊਟ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਪੰਜਾਬ ਦੀ ਹਰ ਸਮੱਸਿਆ ਦਾ ਸਮਾਧਾਨ ਫਾਈਨੈਂਸ਼ੀਅਲ ਹੈ, ਇਨਕਮ ਹੈ ਪੰਜਾਬ ਦੀ, ਜਿਹੜੀ ਕਿ ਪੰਜਾਬ ਦੇ ਕੋਲ ਘਟਦੀ ਜਾ ਰਹੀ ਹੈ, ਇੱਕ ਕਰਜ਼ੇ ਦਾ ਪਹਾੜ ਚੜ੍ਹਦਾ ਜਾ ਰਿਹਾ ਹੈ। ਔਰ ਉਸੇ ਕਰਕੇ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਸੁਲਝ ਨਹੀਂ ਰਹੇ। ਤੁਸੀਂ ਬਿਜਲੀ ਦੀ ਗੱਲ ਕਰੋ, ਕੋਈ ਟੈਕਨੀਕਲ ਗੱਲਾਂ ਨੇ ਵੀ ਤੁਸੀਂ 200 ਯੂਨਿਟ ਦੇਣੇ, 300 ਯੂਨਿਟ ਦੇਣੇ, ਜਾਂ ਤੁਸੀਂ 10 ਰੁਪਈਏ ਤੋਂ ਬਿਜਲੀ PPA ਰੱਦ ਕਰਕੇ ਤੁਸੀਂ ਉਹਨੂੰ 3 ਰੁਪਈਏ ਤੋਂ 5 ਰੁਪਈਏ ਕਰਨਾ, ਠੀਕ ਹੈ ਜੀ, ਜਾਂ ਤੁਸੀਂ ਇੱਕ ਫਿਕਸਡ ਸਬਸਿਡੀ ਦੇਣੀ ਹੈ। ਚਲੋ ਜੀ 1000 ਰੁਪਈਆ ਹਰੇਕ ਘਰ ਨੂੰ ਦੇ ਦੇਣਗੇ, ਹਰ ਬੰਦੇ ਨੂੰ ਉਨੀ ਸਬਸਿਡੀ ਦੇਣੀ ਹੈ। ਇਹ ਟੈਕਨੀਕਲ ਮਸਲੇ ਨੇ ਜੀ ਟੱਲਾ ਸਾਹਿਬ, ਠੀਕ ਹੈ। ਹੋਰ ਮੁੱਦਾ ਲਿਆਓ ਤੁਸੀਂ ਇਸ ਤੋਂ ਬਾਅਦ, ਜਿਹੜੇ ਮੁੱਦੇ ਜਿਵੇਂ ਆਪਣੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੀ, ਠੀਕ, ਅੰਬੇਡਕਰ ਸਕੀਮ ਲਾਂਚ ਕੀਤੀ ਪਿਛਲੀ ਵਾਰ ਸਰਕਾਰ ਨੇ 1 ਸਾਲ ਪਹਿਲਾਂ, ਲੇਕਿਨ ਪੰਜਾਬ ਸਰਕਾਰ ਦੇ ਨਹੀਂ ਸਕੀ। ਕਿਉਂ ਨਹੀਂ ਦੇ ਸਕੀ? ਟੈਕਨੀਕਲ ਮਸਲਾ ਨਹੀਂ ਸੀ, ਉਹ ਇਨਕਮ ਦਾ ਮਸਲਾ ਹੈ, ਇਨਕਮ ਦਾ ਮਸਲਾ ਹੈ।
50-50 ਹਜ਼ਾਰ ਦੇ ਬਾਲੇ ਗਰੀਬਾਂ ਨੂੰ ਦੇਣੇ ਨੇ, ਜਾਂ ਦਲਿਤ ਵੀਰਾਂ ਨੂੰ ਅਸੀਂ ਪਲਾਟ ਦੇਣੇ 5-5 ਮਰਲੇ ਵਾਲੇ, ਠੀਕ ਹੈ ਜੀ। ਉਹ ਵੀ ਟੈਕਨੀਕਲ ਮਸਲੇ ਨੇ, ਲੇਕਿਨ ਅਸਲ ਮਸਲਾ ਕੀ ਹੈ ਜੀ? ਕੇਜਰੀਵਾਲ ਸਾਹਿਬ ਇੱਥੇ ਆ ਕੇ ਕਹਿੰਦੇ ਨੇ ਵੀ ਮੈਂ 25-26 ਲੱਖ ਨੌਕਰੀਆਂ ਦੇ ਦੂੰਗਾ, ਤੁਸੀਂ ਪਰਚੀਆਂ ਸੰਭਾਲ ਕੇ ਰੱਖੋ। ਹਾਂਜੀ, ਪਰਚੀਆਂ ਸੰਭਾਲ ਕੇ ਰੱਖੋ, ਆਹ ਫਲਾਨੀ ਚੀਜ਼ ਮੈਂ ਫ੍ਰੀ ਦੇ ਦੂੰਗਾ। ਹਾਂਜੀ, ਆਹ ਹੁਣ ਇੱਕ ਨਵਾਂ ਅਨਾਉਂਸਮੈਂਟ ਕਰਕੇ ਗਏ ਨੇ, ਕੀ ਕਰਕੇ ਗਏ ਦੱਸੋ? 16,000 ਮੁਹੱਲਾ ਕਲੀਨਿਕ ਬਣਾ ਦੂੰਗਾ, ਠੀਕ ਹੈ। ਇਹ ਹੈਲਥ ਤੇ ਐਜੂਕੇਸ਼ਨ ਦੇ ਨਾਲ, ਤੁਸੀਂ ਐਜੂਕੇਸ਼ਨ ਦੀ ਤੁਹਾਨੂੰ ਮੈਂ ਗੱਲ ਕੀਤੀ ਵੀ ਦਲਿਤ ਬੱਚੇ ਕਿਉਂ ਨਹੀਂ ਸਕੂਲਾਂ ਦੇ ਵਿੱਚ ਜਾ ਸਕਦੇ, ਮੁਲਾਜ਼ਮ ਕੱਚੇ। ਇਹਦੇ ਲਈ ਤੁਹਾਨੂੰ ਇਨਕਮ ਚਾਹੀਦੀ ਹੈ ਮਹਾਰਾਜ। ਤੁਸੀਂ 1 ਲੱਖ ਅਸਾਮੀ ਜਿਹੜੀ ਅੱਜ ਪੰਜਾਬ ਦੇ ਵਿੱਚ ਖਾਲੀ ਪਈ ਹੈ ਡੱਲਾ ਸਾਹਿਬ, ਤੁਸੀਂ ਉਹ ਤੇ ਭਰ ਨਹੀਂ ਸਕੇ, ਠੀਕ ਹੈ। ਕਿਉਂ ਨਹੀਂ ਭਰ ਸਕੇ? ਕਿਉਂਕਿ ਫਰਕ ਹੈ ਬਹੁਤ। ਇਹ ਕੋਈ ਆਤਮ ਨਿਰਭਰ ਸੂਬਾ ਨਹੀਂ ਰਹਿ ਗਿਆ। ਵੇਖੋ ਸੌਫਟ ਲੋਨਸ ਨੇ, ਬਿਲਡਿੰਗਾਂ ਮਿਊਨਿਸਪਲ ਕਮੇਟੀ ਦੀਆਂ ਹੋਰ ਸੌਫਟ, ਉਹਨਾਂ ਨੂੰ ਪੂਰਾ ਗਿਰਵੀ ਧਰਿਆ ਹੋਇਆ ਹੈ। ਪੰਜਾਬ ਹੀ ਗਿਰਵੀ ਧਰਿਆ ਹੋਇਆ ਹੈ। ਪਿਛਲੀਆਂ ਸਰਕਾਰਾਂ ਨੇ ਪੰਜਾਬ ਗਿਰਵੀ ਧਰਤਾ ਮਹਾਰਾਜ। ਟੂਰਿਜ਼ਮ ਦੇ ਕਈ ਹੋਟਲ ਗਿਰਵੀ ਧਰੇ, ਹੋਟਲ ਗਿਰਵੀ ਧਰੇ, ਆਪਦੇ ਨਹੀਂ, ਜਿਹੜੇ ਸਰਕਾਰੀ ਜ਼ਮੀਨਾਂ ਗਿਰਵੀ ਧਰੀਆਂ ਹੋਈਆਂ ਨੇ, ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈ, ਰਾਈਟ। ਕਰਜ਼ਾ ਲੈ ਕੇ ਅਸੀਂ ਕਰਜ਼ਾ ਮੋੜ ਰਹੇ ਹਾਂ, ਠੀਕ ਹੈ। ਅੱਛਾ, ਪੰਜਾਬ ਦੇ ਲੋਕ ਸੋਚਦੇ ਨੇ ਵੀ ਖਮੀ ਅਸੀਂ ਵਾਂਝੇ ਹਾਂ ਇਸ ਕਰਜ਼ੇ ਤੋਂ। ਇਹ ਕਰਜ਼ਾ ਤਾਂ ਮਤਲਬ ਸਟੇਟ ਦੇ ਉੱਤੇ ਹੈ, ਇਸ ਕਰਕੇ ਅਸੀਂ ਵਾਂਝੇ ਹਾਂ, ਸਾਨੂੰ ਇਹਦੀ ਕੋਈ ਫਿਕਰ ਨਹੀਂ। ਗਲਤ ਹੈ, ਕਿਉਂਕਿ ਉਹ ਪੰਜਾਬ ਦੇ ਲੋਕਾਂ ਤੋਂ ਹੀ ਵਸੂਲਿਆ ਜਾ ਰਿਹਾ ਭਾਜੀ। ਦੇਖੋ ਜਿਹੜਾ ਟੋਲ ਲੱਗਦਾ ਕੌਣ ਪੇ ਕਰਦਾ? ਅਸੀਂ ਕਰਦੇ ਹਾਂ, ਅਸੀਂ ਪੇ ਕਰ ਰਹੇ ਹਾਂ ਨਾ, ਬਿਲਕੁਲ ਕਰ ਰਹੇ ਹਾਂ। ਅੱਛਾ, ਪੈਟਰੋਲ ਦੇ ਉੱਤੇ ਇਨਡਾਇਰੈਕਟ ਟੈਕਸ ਹੈ, ਕੌਣ ਪੇ ਕਰਦਾ? 35-40 ਰੁਪਏ ਦਾ ਪੈਟਰੋਲ ਹੈ, ਦੁਬਈ ਤੁਸੀਂ ਜਾ ਕੇ ਦੇਖ ਲਓ, ਇੱਥੇ 100 ਦਾ ਹੈ। ਸਾਡੇ ਡੀਜ਼ਲ ਵੀ 100 ਦੇ ਨੇੜੇ ਹੈ ਮਹਾਰਾਜ। 9 ਰੁਪਏ ਦਾ ਸੀਗਾ 92 'ਚ, 5 ਰੁਪਏ ਦਾ, ਸਮਝ ਲਓ। ਤੁਸੀਂ ਹਿਸਾਬ ਲਾਓ ਕਿੱਥੇ ਨੂੰ ਕਿੱਥੇ ਚਲੇ ਗਏ। ਇਹ ਇਨਡਾਇਰੈਕਟ ਟੈਕਸ ਕੌਣ ਪੇ ਕਰ ਰਿਹਾ ਮਹਾਰਾਜ? ਇਹ ਪੰਜਾਬ ਸਰਕਾਰ ਨੂੰ ਮਜਬੂਰੀ 'ਚ ਉਹਨਾਂ ਤੋਂ ਲੈਣਾ ਪੈਂਦਾ ਹੈ। ਇਹੀ ਮਸਲਾ ਹੈ। ਅਗਲਾ ਸੋਚਦਾ ਹੈ ਕਿ ਭਾਈ ਮੈਂ ਥੋੜ੍ਹਾ ਨਹੀਂ ਦੇਣਾ, ਇਹ ਤਾਂ ਸਟੇਟ ਨੇ ਦੇਣਾ, ਲੇਕਿਨ ਸਟੇਟ ਟੈਕਸ ਲਾ ਕੇ ਉਹਨਾਂ ਦੇ ਹੱਕ ਹਲਾਲ ਦੇ ਪੈਸੇ ਲੈਂਦਾ, ਕਰਜ਼ੇ ਨਾਲ ਕਰਜ਼ਾ, ਔਰ ਜਿਹੜੀ ਚੋਰੀ ਹੈ ਉਹ ਚਲੀ ਨਹੀਂ। ਇਸ ਕਰਕੇ ਮੈਂ ਪਾਲਿਸੀਆਂ ਦਿੰਦਾ ਸੀ। ਮੈਂ ਭਾਈ ਰੇਤ ਦੀ ਪਾਲਿਸੀ ਦਿੱਤੀ, ਸ਼ਰਾਬ ਦੀ ਪਾਲਿਸੀ ਦਿੱਤੀ, ਹਾਂਜੀ। ਇਹ ਕਿਹਾ ਵੀ ਕੇਵਲ ਇੱਕ ਬੰਦੇ ਦੇ ਹੱਥ 'ਚ ਹੈ, ਜੇ ਉਹ ਸਟੇਟ ਦੇ ਹੱਥ 'ਚ ਹੋਵੇ, ਉਹ ਕਰੋੜਾਂ ਰੁਪਇਆਂ ਦਾ ਬਿਜ਼ਨਸ, ਮਤਲਬ 5-7 ਹਜ਼ਾਰ ਕਰੋੜ, ਮਤਲਬ ਬਲੈਕਮੇਲ ਕਰਕੇ ਹੀ ਉਹ ਜਿਹੜੀ ਕੇਬਲ ਹੈ ਜਿਹੜੀ ਤੁਸੀਂ ਪਾਈ ਹੈ ਸਰਕਾਰੀ ਜ਼ਮੀਨ ਦੇ ਉੱਤੇ, ਸਰਕਾਰੀ ਹੈ, ਠੀਕ ਹੈ। ਗੰਨੇ ਚੁੱਪਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਛ, ਸਟੇਟ ਮਰਦਾ ਹੈ। ਇਸ ਕਰਕੇ ਜਿਹੜੀ ਸਭ ਤੋਂ ਅਹਿਮ ਗੱਲ ਹੈ ਡੱਲਾ ਸਾਹਿਬ, ਕਿ ਭਾਈ ਜਿਹੜੇ ETT ਟੀਚਰ ਨੇ ਕਿਉਂ ਭਟਕ ਰਹੇ ਨੇ? ਉਹ ਕਿਉਂ, ਮਤਲਬ 10,000 ਦੇ ਵਿੱਚ ਫੈਕਲਟੀ ਹੈ, ਇੱਕ ਗੁਰੂ ਦਾ ਦਰਜਾ ਸਭ ਤੋਂ ਵੱਡਾ ਹੁੰਦਾ, ਠੀਕ। ਉਹ 10,000 ਰੁਪਏ ਦੇ ਵਿੱਚ ਜੁਆਇਨ ਕਰਦਾ, ਉਹਦਾ ਗੁਜ਼ਾਰਾ ਹੋ ਜਾਊਗਾ। ਵਿਆਹ ਨਵਾਂ ਕੀਤਾ ਹੋਇਆ, 40-50 ਹਜ਼ਾਰ ਰੁਪਏ ਚਾਹੀਦਾ ਉਹਨੂੰ, ਉਹ ਤੜਫਦਾ, ਠੀਕ ਹੈ। ਜਿਹੜੇ ਕੰਟਰੈਕਟ ਬੇਸਿਸ ਦੇ ਉੱਤੇ ਇੰਪਲੋਈ, ਉਹ ਕਿਉਂ ਕੰਟਰੈਕਟ ਬੇਸਿਸ ਤੇ ਨੇ? ਜਦ ਜਾਓ ਖੜ ਦਿਓ, ਪੱਕੇ ਕਿਉਂ ਨਹੀਂ ਹੁੰਦੇ? ਪੰਜਾਬ ਮਾਡਲ 'ਚ ਹੱਲ ਦਿਖਦਾ, ਹੱਲ ਮੈਂ ਕਿਹਾ ਇਹੀ ਦੇਖੋ, ਮੇਰੀ ਗੱਲ ਨੂੰ ਸੁਣੋ। ਪੰਜਾਬ ਮਾਡਲ ਕੀ ਕਹਿੰਦਾ ਹੈ ਕਿ ਭਾਈ ਕਾਰਪੋਰੇਸ਼ਨਾਂ ਬਣਾਓ 4-5, ਤੁਸੀਂ ਸ਼ਰਾਬ ਨੂੰ, ਡਿਸਟਿਲਰੀਆਂ ਜਿਹੜੀਆਂ ਨੇ ਉਹ ਸਰਕਾਰੀ ਹੋਣ। 60-70 ਹਜ਼ਾਰ ਬੰਦਿਆਂ ਨੂੰ ਨੌਕਰੀ ਮਿਲਦੀ ਹੈ ਸਿੱਧੀ ਤਾਮਿਲਨਾਡੂ 'ਚ। 2002 ਦੇ ਵਿੱਚ ਤਾਮਿਲਨਾਡੂ ਤੇ ਪੰਜਾਬ ਇੱਕ ਬਰਾਬਰ 2.5-3 ਹਜ਼ਾਰ ਕਰੋੜ ਕਮਾਉਂਦੇ ਸੀ, ਅੱਜ ਉਹ 36,000 ਕਰੋੜ ਰੁਪਇਆ ਕਮਾਉਂਦੇ ਆ ਸਰ, 15% ਇਨਕਰੀਜ਼। ਪੰਜਾਬ ਕਿੰਨਾ ਕਮਾਉਂਦਾ ਹੈ? 3,000 ਕਰੋੜ। ਉਹੀ 400-500 ਕਰੋੜ ਦੀ ਲੜਾਈ ਉਹ ਲੜਦੇ ਆ ਸਿੱਧੀ 2-2 ਹਜ਼ਾਰ ਕਰੋੜ ਦੀ ਲੜਾਈ, ਔਰ ਵੱਧਦਾ ਹੈ ਉਸ ਤਰ੍ਹਾਂ। ਮੇਰੀ ਗੱਲ ਨੂੰ ਸਮਝੋ। ਇਹ ਕਿਉਂ ਨਹੀਂ ਹੋ ਸਕਦਾ ਜੀ ਇੱਥੇ? ਲਾਇਸੈਂਸਾਂ ਚੋਂ ਨਿਕਲਦਾ, ਹੋਰ ਵੈਟ ਕਿਉਂ ਲੱਗ ਸਕਦਾ ਜੀ ਇੱਥੇ? ਸਮਝ, ਇਕੱਲੇ ਇੱਕ ਮਹਿਕਮੇ ਦੇ ਵਿੱਚੋਂ ਹੀ ਤੁਸੀਂ ਇੰਨਾ ਪੈਸਾ ਕੱਢ ਸਕਦੇ ਹੋ ਕਿ ਪੰਜਾਬ ਦਾ ਕਰਜ਼ਾ ਵੀ ਮੁੜ ਜਾਵੇ, ਔਰ ਇਹਨਾਂ ਬੱਚਿਆਂ ਨੂੰ, ਇਹਨਾਂ ਅਧਿਆਪਕਾਂ ਨੂੰ ਜਿਹੜੇ ਸੜਕਾਂ ਦੇ ਉੱਤੇ ਫਿਰਦੇ ਆ, ਰੋਜ਼ ਲਾਉਂਦੇ ਆ, ਇਹਨਾਂ ਨੂੰ ਉਹ ਇਨਕਮ ਜਿਹੜੀ ਹੈ, ਜਿਵੇਂ ਬੱਦਲ ਦੇਖਿਆ, ਬੱਦਲ ਸਮੁੰਦਰ ਚੋਂ ਪਾਣੀ ਲੈਂਦਾ ਤੇ ਧਰਤੀ ਤੇ ਭਰਾਉਂਦਾ ਤੇ 3-4 ਗੁਣਾ ਕਰਕੇ ਮੋੜ ਦਿੰਦਾ। ਇਹ ਹੋ ਸਕਦਾ ਹੈ, ਇਹ ਬਿਲਕੁਲ ਸੰਭਵ ਹੈ ਗੱਲਾਂ ਸਾਹਿਬ। ਇਹ ਲੜਾਈ ਰੇਤੇ 'ਚ ਵੇਖੋ, ਰੇਤਾ ਹੁਣ ਜਦੋਂ ਰੇਤੇ ਦਾ ਮਸਲਾ ਆਉਂਦਾ, 40 ਕਰੋੜ ਰੁਪਇਆ ਜਮ੍ਹਾਂ ਕਰਾਇਆ 10 ਸਾਲ, ਨਾ 39 ਨਾ 41, ਠੀਕ ਹੈ। ਕਿਉਂ? ਕਿਉਂਕਿ ਨਾ ਤੇ ਨੀਤੀ ਸੀ ਤੇ ਨਾ ਨੀਅਤ ਸੀ ਜੀ। ਆਪਦਾ ਪਰਸਨਲ ਇਨਕਮ ਦੇ ਵਾਸਤੇ ਉਹਨੂੰ ਯੂਜ਼ ਕੀਤਾ ਗਿਆ, ਠੀਕ ਹੈ ਜੀ। 40 ਕਰੋੜ ਰੁਪਇਆ 10 ਸਾਲ ਅਕਾਲੀ ਸਰਕਾਰ। ਅਸੀਂ ਵਧਾ ਕੇ ਉਹਨੂੰ 250 ਕਰੋੜ ਕਰਤਾ, 200 ਕਰਤਾ, 250 ਕਰੋੜ ਕਰਤਾ। ਹੁਣ ਤੁਸੀਂ ਦੇਖੋ
तेलंगाना वर्गा सूबा 10 करोड़ रुपये ठेकेदारी चों कमाਉਂਦਾ ਸੀ पहले साल। ठेकेदारी मिटाई, जिन्ने स्टेट का रिसोर्स हैगा स्टॉक यार्ड बनाए, ऑनलाइन बिडिंग के उत्ते रेता बेचना शुरू किया, हज़ारां युवकों को नौकरी दी, 70,000 80,000 नौजवानों को नौकरी दी। रेता ऑनलाइन बेचा, पहले साल 300 करोड़, दूजे साल 700 करोड़, तीजे साल 1200 करोड़, 2400 करोड़ रुपया 3 सालों के कमा लिया। महाराज जिन्ना अकाली सरकार ने 1 साल दे विच रेता जमा कराया वो 1 हफ्ते कमाया, 47 करोड़ रुपये 1 हफ्ते। साढ़े को 3 दरिया, उन्होंने को 1 दरिया। कोई बंदा इन्होंने गलों मनूगा? हुण पॉलिसी डिसीजन है, टैक्नीकल डिसीजन, कपाई रेता फ्री किहदे वास्ते फ्री? रेता फ्री उहदे वास्ते है जिन्हें चकना है, या रेता फ्री उहदे वास्ते कर रहे हो जिन्हें वरतना है? ये तो तुसीं चक्कण वाले वास्ते कर रहे हो, क्योंकि चक के उही ले जाऊगा ना जी कोई टिप्पर ने। चलो 4 खेतों के ठीक है, पै ट्रालियां ने, जिन्होंने को ट्रालियां ने, जिन्होंने को टिप्पर ने, उस सुविधा आम बंदे को थोड़ा ने। भाई तुसीं रेट फिक्स करो ना, तुसीं शराब का रेट फिक्सड है, फिक्सड है कि नहीं है? बिल्कुल बोतल का कमीशन फिक्स कर दिया, कोले का रेट कमीशन फिक्स कर दिया ना महाराज, रेट फिक्स है। दसो रेते का रेट का क्यों फिक्स नहीं किया? तुसीं सप्लाई थोड़े को 170 साल दी है, 3 दरिया ने सर, भावें डिसल्टिंग हो भावें एंड तक। तां ही तो मैं कहना भी माफिया राज, ये माफिया राज पंजाब के नक्शे तो खत्म करना, सब नाल सलाह करके। महाराज पापी थोड़ा ना मारने, पाप मारना किवें मरूगा? नीयत ते नीति दे नाल मरूगा। नीति किहड़ी है भी भाई देयर इज नथिंग कॉल्ड दी सैंड माइनिंग माफिया। सैंड माइनिंग माफिया कुछ नहीं है। माफिया की है? ट्रांसपोर्ट माफिया। इस करके जदों आंध्र प्रदेश ने रेता फ्री किया भाई 100 करोड़ एनजीटी ने जुर्माना लाया, तो अकल टिकाने आ गई, 400-500 करोड़ का घाटा पिया, तो मौज किने बनाई? माफिया ने। यह मतलब तुसीं चुकण वाले नूं फ्री कर रहे हो रेता, वो चुक के जिहड़े मर्जी भाव रेट बेचे। किहड़ा भाव फिक्स किया तुसीं? जदों थोड़ी सप्लाई फिक्स हो गई और रेट फिक्स हो गया 1000 रुपये और तुसीं उन्होंने ऑनलाइन देता, समस्या का समाधान हो गया। इस करके कहता भी 1000 रुपये रेते की ट्राली कर लो। भाई जो तुम सप्लाई रोक दो, तुम कदे 4000 की ट्राली बेच दो, तुम कदे 5000 की ट्राली दे, मैं अकाली सरकार 10,000 तो उत्ते ट्रालियां बिकदियां देखी जी। क्यों भाई? फिर जिहड़ियां रेता सड़कों पर यूज़ होंदा है, फिर बिल्डिंगों पर यूज़ होंदा है, सरकारी उन्होंने यूज़ होंदा है, जो उत्थे यूज़ होंदा है कोई पर्ची है? उत्थे लिखा हुआ है भी सरकारी माइन चो रेता आऊगा और सरकारी माइन चो ही लेना है, और उहदी पर्ची दिखाओ मैनूं अज तक किसी को पर्ची है? मैं कहना ये नीति मतलब फॉल्टी इसे करके होगी भी मंशा पैसे जेब च पाउण दी है, सरकारी खजाने च पाउण दी है। जिन्ने टिप्पर चलते हैं ना रेट है, ना वेट है, ना डेट है। करो इंपाउंड, कोई 25,000 के रेते खातर 1 करोड़ का ट्रक इंपाउंड करा लो। अकाली सरकार ने किया, अज तक नोटिफाई नहीं हुआ, नोटिफाई करके भी वो लागू नहीं हुआ। तुसीं देखो ना, ये जी पॉलिसी कंप्लायंस से बड़ा बड़ा सवाल है। लागू पॉलिसियां नीतियां लागू अल्लाह साहब अच्छी इंटेंट हो गए जो उन्होंने एग्जीक्यूट ही ना कर सकोगे, जो उन्होंने टैक्नीकल गलों ते सीमित रख दोगे, जो उन्होंने लॉलीपॉप पंजाब के लोगों को वंडण के उत्ते कर देंगे, आ जी आ ले लो, आ जी आ ले लो, आ ले लो। फिर मैनूं ये दसो ये आखिरी 4 महीनों 5 महीनों क्यों होंदा है? ये भाई पहले 4.5 साल क्यों नहीं होंदा? जिहड़ा पे कमीशन है वो पहले 4.5 साल क्यों नहीं हो गया? लखां नौजवान मेरे को आके मिल के, मैं उन्होंने कहना भाई मैं थोड़ा झूठा लॉलीपॉप नहीं, हकीकत ये है, ये आओ ये दिखाओ। सो चाहे मैं तो कानून लेके आया केबल, सरकारी पॉलिसियां बहुत तुसीं पहरेदारी की, बहुत सुझाव भी दिते। हुण नवजोत सिंह सिद्धू की लड़ाई किस रूप च अगे वधू? क्योंकि हर पंजाबी थोड़े जिहा भरोसा भी बहुत है। देखो कोई भी जदों तुसीं सिस्टम नूं चेंज करना, थोड़ी किसी इंडिविजुअल नाल लड़ाई नहीं है जी। गल सब पहले तो ये समझ लो, किसी को पै की लोड़ नहीं है जी। मैं तुहानूं फिर कहा कि ये भाई एक उपर जिहड़ा पंजाब बिठाना चाहे उपर ईमानदारी होनी चाहिए, क्योंकि करप्शन हमेशा थल्लों शुरू होती है जी, कदे उत्तों शुरू नहीं होती जी। इस करके तुसीं इस गल नूं समझो जी कि कदे भी अगर करप्शन दूर करनी हो तो वो उत्तों दूर होती है। फिश स्टार्ट टू स्टिंक एट दी हैड, ली वॉन टू सिंगापुर
ਜੀ ਮਹਾਰਾਜ ਉਹਨੇ ਸਿੰਗਾਪੁਰ ਇੱਕ ਮੱਛੀ ਮਾਰਕੀਟ ਤੋਂ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਬਣਾਤੀ। ਕਿਉਂ? ਜੀ ਉਹ ਕਹਿੰਦਾ ਆਈ ਪਨਿਸ਼ ਪੀਪਲ ਐਟ ਦ ਟੌਪ। ਜਦੋਂ ਉੱਤੋਂ ਕਰਪਸ਼ਨ ਦੂਰ ਹੁੰਦੀ ਹੈ ਨਾ ਸਾਹਿਬ, ਫਿਰ ਥੱਲੇ ਤੱਕ ਜਾਂਦੀ ਹੈ, ਔਰ ਉਹ ਥੱਲੇ ਤੱਕ ਪਰਕੂਲੇਟ ਨਹੀਂ ਹੁੰਦੀ। ਇਸ ਕਰਕੇ ਇਸ ਸਿਸਟਮ ਦਾ ਵਿਰੋਧ ਮੈਨੂੰ ਬੜਾ ਚੰਗਾ ਲੱਗਦਾ, ਕਿਉਂਕਿ ਸੰਘਰਸ਼ ਮੇਰਾ ਕਹਿਣਾ ਜਾਂ ਤਾਂ ਇਹ ਹੋਵੇ ਕਿ ਅਸੀਂ ਸਮਝੌਤੇ ਕੀਤੇ ਹੋਣ। ਮਤਲਬ ਮੈਂ ਸਭ ਨੂੰ ਮੰਨਦਾ ਜਿਨ੍ਹਾਂ ਨੇ ਮੈਨੂੰ ਇੱਜ਼ਤ ਦਿੱਤੀ, ਮੇਰੀ ਮੈਰਿਟ ਨੂੰ ਆਨਰ ਕੀਤਾ, ਲੇਕਿਨ ਇੱਕ ਵੱਡਾ ਸੰਘਰਸ਼ ਹੈ ਵੱਡਾ ਜਿਹੜਾ ਮੇਰਾ ਪੰਜਾਬ ਦੇ ਪ੍ਰਤੀ ਇਸ਼ਕ ਹੈ। ਇਹ ਮਰਦਾ ਤਾਂ ਨਹੀਂ ਕਦੀ। ਦੇਖੋ ਇਸ਼ਕ ਦਾ ਮਤਲਬ ਕੀ ਹੈ? ਲੋਕ ਸੋਚਦੇ ਨੇ ਨਾ ਇਸ਼ਕ ਦਾ ਮਤਲਬ, ਲੋਕ ਸੋਚਦੇ ਨੇ ਖਮ ਨਹੀਂ ਇਹ ਇਸ਼ਕ ਦਾ ਮਤਲਬ ਕੋਈ ਫਿਜ਼ੀਕਲੀ ਹੈ ਨਾ। ਇਸ਼ਕ ਤਾਂ ਰੱਬ ਨਾਲ ਵੀ ਹੁੰਦਾ ਜਿਹੜਾ ਇਨਸਾਨ ਨੂੰ ਯੋਗੀ ਬਣਾਉਂਦਾ। ਫਿਰ ਉਹ ਬੰਧਨ, ਰਿਸ਼ਤੇ, ਨਾਤੇ, ਸੰਬੰਧ ਕੱਟ ਕੇ ਵੱਧਦਾ ਹੈ। ਮੈਨੂੰ ਉਸੇ ਤਰ੍ਹਾਂ ਪੰਜਾਬ ਨਾਲ ਇਸ਼ਕ ਹੈ। ਜਿਹੜਾ ਮੇਰੇ ਇਸ਼ਕ ਨੂੰ ਸਮਝੂਗਾ ਪੰਜਾਬ, ਉਹ ਮੇਰੇ ਤੇ ਕੋਈ ਤੌਹਮਤ ਨਹੀਂ ਲਾਏਗਾ ਕਦੇ। ਕਿਉਂ ਲਾਏਗਾ ਬਈ? ਮੈਂ ਤਾਂ ਪਹਿਲਾਂ ਹੀ ਹਰ ਪਾਸੇ ਮੇਰੀ ਮੈਰਿਟ ਇਗਨੋਰ ਹੋਈ। ਪੋਲਿਟਿਕਸ ਦੇ ਵਿੱਚ 5 ਦਾ 50 ਹੋ ਜਾਂਦਾ, 50 ਨੂੰ 0 ਵੀ ਕੀਤਾ ਜਾ ਸਕਦਾ। ਆਕਾ ਚਾਹੀਦਾ, ਠੀਕ ਹੈ, ਤੁਹਾਨੂੰ ਫੈਸਿਲੀਟੇਟ ਕਰਨਾ ਚਾਹੀਦਾ। ਉਹ ਹਾਈ ਕਮਾਂਡ ਨੇ ਮੈਨੂੰ ਕੀਤਾ, ਮੈਂ ਹਮੇਸ਼ਾ ਹੀ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਪਰ ਸਮਝੌਤੇ ਕਰਕੇ ਕਿਸ ਤਰ੍ਹਾਂ ਅੱਗੇ ਵਧਾਂਗੇ? ਇਹ ਸਿਸਟਮ ਖੜਾ ਹੋ ਜਾਂਦਾ, ਦੈਤੀ ਰੂਪੀ ਸਿਸਟਮ ਹੈ, ਖੜਾ ਹੋ ਜਾਂਦਾ। ਤੁਹਾਨੂੰ ਵੱਢਣ ਨੂੰ ਕੋਈ ਰੌਲਾ ਨਹੀਂ, लड़ोगे। इश्क जिनको है वतन से खुद ही को मिटाते रहेंगे, शम्मा महफिल में जलती रहेगी, डल्ला साहब सिद्धू जैसे परवाने और भी। सिद्धू साहब किसानी ਦੇ ਉੱਤੇ ਕੀ ਕਹਿਣਾ ਚਾਹੋਗੇ? ਬੜਾ ਅਹਿਮ ਸਾਡਾ ਖਿੱਤਾ। ਪੱਗ ਦਾ ਸਵਾਲ ਹੈ, ਮੁਲਕ ਦਾ ਸਵਾਲ ਹੈ, ਸਾਡੀ ਸਰਵਾਈਵਲ ਐਗਜ਼ਿਸਟੈਂਸ ਪਛਾਣ ਦਾ ਸਵਾਲ ਹੈ, ਬਾਬੇ ਨਾਨਕ ਦੇ ਕੀਤੇ ਦਾ ਸਵਾਲ। ਇਹਦੇ ਗਹਿਨ ਚਿੰਤਨ ਦੇ ਵਿੱਚੋਂ ਇੱਕੋ ਹੀ ਗੱਲ ਨਿਕਲੀ ਹੈ ਕਿ ਚਾਹੇ ਮੈਂ ਕੋਆਪਰੇਟਿਵ ਐਡਵੋਕੇਟ ਕਰਦਾ ਕਿ ਬਿਊਰੋਕ੍ਰੇਸੀ ਦੇ ਹੱਥ 'ਚੋਂ ਕੱਢ ਕੇ ਕੋਆਪਰੇਟਿਵ ਜਿਵੇਂ ਮੂਲ ਹੈ, ਛੋਟੇ ਵੱਡੇ ਕਿਸਾਨ ਨੂੰ ਇੱਕ ਕਰਕੇ ਉਹਨਾਂ ਦੀ ਪ੍ਰਾਈਸ ਜਿਹੜੀ ਹੈ, ਚਾਹੇ ਦੁਕਾਨਾਂ ਦੇ ਉੱਤੇ ਦੇਖੋ ਜਿਹੜਾ ਵੇਚਣ ਵਾਲਾ ਉਹ ਤੈਅ ਕਰਦਾ, ਖਰੀਦਣ ਵਾਲਾ ਤੈਅ ਨਹੀਂ ਕਰਦਾ, ਕਿਉਂਕਿ ਕੋਲਡ ਸਟੋਰੇਜ ਨਹੀਂ ਹੈਗੇ। ਇਸ ਕਰਕੇ ਉਹ ਖਰੀਦਣ ਵਾਲਾ ਉਹਨਾਂ ਨੂੰ ਐਕਸਪਲੋਇਟ ਕਰਦਾ। ਸੋ ਕੋਲਡ ਸਟੋਰੇਜ ਹੋਣ, ਚਾਹੇ ਮਾਰਕੀਟਿੰਗ ਦੀ ਗੱਲ ਹੋਵੇ, ਚਾਹੇ ਪ੍ਰੋਡਕਸ਼ਨ ਦੀ ਗੱਲ ਹੋਵੇ। ਫਸਲਾਂ ਚੱਕਦਾ ਕੌਣ ਹੈ? ਸੈਂਟਰ ਦੀ ਸਰਕਾਰ ਝੋਨਾ ਤੇ ਕਣਕ ਚੱਕਦੀ ਹੈ, ਇਸ ਕਰਕੇ ਉਹ ਮਜਬੂਰ ਹੈ ਕਿ ਉਹੀ ਲਾਉਂਦਾ ਹੈ। ਮੈਂ ਹਮੇਸ਼ਾ ਐਡਵੋਕੇਟ ਦੇ ਕ੍ਰੌਪ ਡਾਈਵਰਸੀਫਿਕੇਸ਼ਨ, ਜੋ ਪੰਜਾਬ ਖਾਂਦਾ ਹੈ ਕੀ ਉਹ ਉਗਾਉਂਦਾ ਹੈ, ਉਹ ਪੰਜਾਬ ਮੰਗਦਾ, ਸਮਝ ਨਹੀਂ? ਉਹਦੇ 'ਚ ਤੁਸੀਂ ਸਬਜ਼ੀਆਂ, ਫਰੂਟ, ਦਾਲਾਂ, ਆਇਲ ਸੀਡ, ਇਹਨਾਂ ਦੇ ਉੱਤੇ MSP ਦਿਓ। ਪੰਜ ਕਿਉਂ ਨਹੀਂ ਦੇ? ਕਿਉਂਕਿ ਰਿਸੋਰਸਿਸ ਦਾ ਘਾਟ ਹੈ। ਇਹ ਸਭ ਤੋਂ ਵੱਡਾ, ਸਭ ਤੋਂ ਅਹਿਮ ਮਸਲਾ ਹੈ। ਇਹ ਨਹੀਂ ਹੈ ਕਿ ਅਸੀਂ ਬਜਟ ਨਹੀਂ ਦਿੰਦੇ। ਡੱਲਾ ਸਾਹਿਬ 13,000 ਕਰੋੜ ਰੁਪਏ ਦਾ ਬਜਟ ਹੈ ਪੰਜਾਬ ਦਿੰਦਾ। ਤੁਸੀਂ ਜੇਕਰ ਸਟੇਟਾਂ ਨੂੰ ਦੇਖੋਗੇ ਨਾ, ਨਜ਼ਰ ਦੌੜਾਓਗੇ, ਤੁਹਾਨੂੰ ਲੱਗੂਗਾ ਯਾਰ ਪੰਜਾਬ ਦਾ ਜਿਹੜਾ ਬਜਟ ਹੈ ਉਹ ਸਭ ਤੋਂ ਜ਼ਿਆਦਾ ਹੈ, ਲੇਕਿਨ ਉਹਦੇ 'ਚੋਂ 7,000 ਕਰੋੜ ਤਾਂ ਸਬਸਿਡੀ 'ਤੇ ਜਾਂਦਾ ਮਹਾਰਾਜ। ਬਿਜਲੀ ਦੀ ਸਬਸਿਡੀ ਦਿੰਦੇ ਹਾਂ ਜਿਹੜੀ ਅਸੀਂ ਖੇਤੀ ਨੂੰ, ਮਤਲਬ ਇਟ ਵਿਲ ਬੀ ਦੀ ਹਾਈਐਸਟ ਇਨ ਇੰਡੀਆ। 4,000 ਕਰੋੜ ਰੁਪਏ ਤਨਖਾਹ ਚਲੇ ਜਾਂਦਾ। ਫਿਰ ਕਦੇ ਹਾਰਟੀਕਲਚਰ, ਹੋਰ ਮਾੜੀ ਮੋਟੀ ਰਿਸਰਚ ਉਹਦੇ 'ਤੇ ਚਲੇ ਜਾਂਦਾ। ਉਹਦਾ ਰਿਜ਼ਲਟ ਕੀ ਹੈ ਕਿ ਜਿਹੜਾ 1,000-2,000 ਕਰੋੜ ਰੁਪਇਆ ਬਚਦਾ ਹੈ, ਸੈਂਟਰ ਦੀ ਸਰਕਾਰ ਸਕੀਮਾਂ ਦਿੰਦੀ ਹੈ 60-40, ਵੀ 60 ਅਸੀਂ ਪਾਵਾਂਗੇ, ਜੇ 60,000 ਕਰੋੜ ਅਸੀਂ ਪਾਵਾਂਗੇ, ਤੁਸੀਂ 40,000 ਕਰੋੜ ਪਾਓ, 1 ਲੱਖ ਕਰੋੜ ਦਾ ਤੁਸੀਂ ਫਾਇਦਾ ਲਓ। ਮਤਲਬ 40 ਪੈਸੇ ਨਹੀਂ ਪੈਂਦੇ ਪੰਜਾਬ ਤੋਂ। ਕਿਉਂ? ਕਿਉਂਕਿ ਰਿਸੋਰਸਿਸ ਨਹੀਂ ਹੈ। ਕਿਉਂ? ਕਿਉਂਕਿ ਇਨਕਮ ਨਹੀਂ ਹੈ। ਤੁਸੀਂ ਹੋਰ ਡਿਪਾਰਟਮੈਂਟਾਂ 'ਚ ਲੈ ਲਓ, ਤੁਸੀਂ ਬਾਰਡਰਸ ਦਾ ਫੰਡ ਜਿਹੜਾ ਹੈਗਾ ਤੁਸੀਂ ਉਹਦੇ 'ਚ ਲੈ ਲਓ। ਅੱਗੇ ਬਾਰਡਰ ਫੰਡ ਦੇ ਵਿੱਚ ਅਸੀਂ 90-10 ਹੁੰਦਾ ਸੀ, ਇਹ 10 ਪੈਸੇ ਪਾਉਂਦੇ ਸੀ, ਹੁਣ ਉਹ 60-40 ਹੋ ਗਿਆ, 40 ਪੈਂਦੇ ਨਹੀਂ। ਇਹ ਹੋਰ ਡਿਪਾਰਟਮੈਂਟ ਦੀ, ਲੋਕਲ ਸੈਲਫ ਗਵਰਨਮੈਂਟ ਦੇਖ ਲਓ, ਹੋਰ ਦੇਖ ਲਓ। ਮਤਲਬ ਜੇ ਮੈਂ ਉਸ ਇਨਕਮ ਦੀ ਗੱਲ ਕਰਦਾ ਜਿਹੜੀ 25,000 ਕਰੋੜ ਰੁਪਏ ਸਟੇਟ ਕੋਲ ਆਊਗੀ, ਮਹਾਰਾਜ ਐਡਾ ਕਿਹੜਾ ਬੇਭਾਗਾ ਬੰਦਾ ਹੋਊਗਾ ਜਿਹੜਾ 25,000 ਕਰੋੜ ਦੇ 50,000 ਕਰੋੜ ਨਾ ਕਰੇ, ਜਿਹੜਾ ਕਰਜ਼ੇ ਲੈ ਕੇ ਕਰਜ਼ੇ ਮੋੜੇ। MSP ਆਓ, ਬਿਲਕੁਲ ਨਾ। MSP ਕਿਉਂ ਨਹੀਂ ਆਊਗੀ? MSP ਦੇਖੋ, MSP ਜਿਹੜੀਆਂ ਦੂਜੀਆਂ 23 ਫਸਲਾਂ ਦੇ ਉੱਤੇ ਮੰਗਦੇ ਆ, ਉਹਨਾਂ 'ਚੋਂ ਕਿਹੜੀਆਂ ਚੀਜ਼ਾਂ? ਦਾਲਾਂ ਅਸੀਂ ਇੰਪੋਰਟ ਕਰਦੇ ਹਾਂ, ਉਹ ਪੈਸੇ ਅੱਡ ਰੱਖ ਲਓ, ਦਿਓ। ਸਬਜ਼ੀਆਂ ਹਰ ਰੋਜ਼ ਖਾਂਦੇ ਆ, ਤੁਸੀਂ ਕੋਲਡ ਸਟੋਰੇਜ ਲਾਓ, ਕਿਸਾਨ ਵੇਚੇ, ਉਹਨੂੰ ਮਤਲਬ 3 ਗੁਣਾ ਕੀਮਤ ਮਿਲੂਗੀ। ਗੱਲ ਸਮਝੋ ਕਿ ਆਇਲ ਸੀਡ, ਹੁਣ ਹਰਿਆਣਾ ਹੈ, ਆਇਲ ਸੀਡ ਪ੍ਰੋਕਿਓਰ ਕਰਦਾ ਅਤੇ ਤੇਲ ਵੇਚਦਾ, 10 ਗੁਣੇ ਫਾਇਦੇ ਨੇ। ਇਹ ਸਿਰਫ ਰਿਸੋਰਸਿਸ ਦੇ ਨਾਲ ਹੀ ਸੰਭਵ ਹੈ। ਮਤਲਬ ਇਹ ਉੱਤਮ ਖੇਤੀ ਦੇ ਵਾਸਤੇ ਇਹ ਵੀ ਇੱਕ ਪ੍ਰਚਲਿਤ ਗੱਲ ਚੱਲਦੀ ਹੈ ਕਿ ਜਿਹਦੀ ਕੋਠੀ ਦਾਣੇ,
ਉਹਦੇ ਕਮਲੇ ਵੀ ਸਿਆਣੇ। ਇਹਦੇ ਪੰਜਾਬ ਹੈ, ਮੋਢੀ ਹੈ, ਸਭ ਨੂੰ ਸੇਧ ਦਿੱਤੀ ਹੈ। ਤੇ ਅੱਜ ਅਸੀਂ ਰਿਸੋਰਸਿਸ ਕਰਕੇ ਅਗਰ ਘਾਟ ਖਾਈਏ, ਕ੍ਰੌਪ ਡਾਈਵਰਸੀਫਿਕੇਸ਼ਨ ਨਾ ਕਰ ਸਕੀਏ, ਕੋਲਡ ਸਟੋਰੇਜ ਔਰ ਇਸ MSP ਦੇ ਵਿੱਚ ਸਬਜ਼ੀਆਂ ਦਾਲਾਂ ਇਹਨਾਂ ਦੇ ਉੱਤੇ ਪਨਸਬ ਨਾ ਦੇ ਸਕੇ, ਇਹ ਸਿਰਫ ਇਸੇ ਕਰਕੇ ਹੈ ਵੀ ਅਸੀਂ 60-40 ਦੇ ਵਿੱਚ ਪੈਸੇ ਨਹੀਂ ਪਾ ਸਕਦੇ। ਸੋਸ਼ਲ ਸੈਕਟਰ ਸਕੀਮਾਂ ਦੇ ਵਿੱਚ ਅਸੀਂ ਆਪਣੇ ਪੈਸੇ ਦੁੱਗਣੇ ਨਹੀਂ ਕਰ ਸਕ ਰਹੇ ਔਰ ਸਾਡੇ ਕੋਲ ਰਿਸੋਰਸਿਸ ਦੀ ਘਾਟ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਬਹੁਤ ਬਹੁਤ ਧੰਨਵਾਦ।